ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਿਗੁਰ ਢਾਕ ਲਿਆ ਮੋਹਿ ਪਾਪੀ ਪੜਦਾ ਮੁਖ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਅਮਿ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਬੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲਖ ਧੋਵੈ ਸੁਖਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਨਾਵਾਂ। ਤਿਹ ਜੋਗੀ ਕੋ ਜੁਗਤ ਨਾ ਜਾਨੋ, ਲੋਭ ਮੋਹ ਮਾਇਆ ਮਮਤਾ ਫੁਨ, ਜਿਹ ਘਟ ਮਾਹਿ ਪਛਾਨੋ। ਤਿਹ ਜੋਗੀ ਕੋ ਜੁਗਤ ਨਾ ਜਾਨੋ, ਲੋਭ ਮੋਹ ਮਾਇਆ ਮਮਤਾ ਫੁਨ, ਜਿਹ ਘਟ ਮਾਹਿ ਪਛਾਨੋ। ਰਹਾਉ ਪਰ ਨਿੰਦਾ ਉਸਤਤ ਨਹਿ ਜਾਕੈ, ਕੰਚਨ ਲੋਹ ਸਮਾਨੋ। ਹਰਖ ਸੋਗ ਤੇ ਰਹਿ ਅਤੀਤਾ,
ਜੋਗੀ ਤਾਹੇ ਬਖਾਨੋ। ਚੰਚਲ ਮਨ ਦਹਿ ਦਿਸ ਕੋ ਧਾਵਤ, ਅਚਲ ਜਾਹੇ ਠਹਿਰਾਨੋ। ਕਹੋ ਨਾਨਕ ਇਹ ਬਿਦ ਕੋ ਜੋ ਨਰ, ਮੁਕਤ ਤਾਹੇ ਤੁਮ ਮਾਨੋ। ਚੰਚਲ ਮਨ ਦਹਿ ਦਿਸ ਕੋ ਧਾਵਤ, ਅਚਲ ਜਾਹੇ ਠਹਿਰਾਨੋ। ਕਹੋ ਨਾਨਕ ਇਹ ਬਿਦ ਕੋ ਜੋ ਨਰ, ਮੁਕਤ ਤਾਹੇ ਤੁਮ ਮਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, ਸ਼ਬਦਾ ਅਵਤਾਰ, ਜਾਗਦੀ ਜੋਤ, 10 ਪਾਤਸ਼ਾਹੀਆਂ ਦੇ ਆਤਮਕ ਸਵਰੂਪ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਸਤ ਸੰਗਤ ਦੀਆਂ ਪਵਿੱਤਰ ਘੜੀਆਂ, ਜੀਵਨ ਦੇ ਅਮੋਲਕ ਸਵਾਸਾਂ ਨੂੰ ਸਫਲੀਆਂ ਕਰਨ ਵਾਸਤੇ ਆਪਾਂ ਨੂੰ ਪ੍ਰਾਪਤ ਹੋਈਆਂ ਨੇ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੀ ਉਚਾਰਨ ਕੀਤੀ ਹੋਈ ਪਵਿੱਤਰ ਅੰਮ੍ਰਿਤ ਗੁਰਬਾਣੀ ਦੀ ਲੜੀਵਾਰ ਕਥਾ ਰਾਗ ਧਨਾਸਰੀ ਵਿੱਚ ਮਹਾਰਾਜ ਜੀ ਦੇ 2 ਸ਼ਬਦ ਸੰਪੂਰਨ ਹੋਏ ਨੇ। ਸੱਚੇ ਪਾਤਸ਼ਾਹ ਜੀ ਅੱਗੇ ਜਿਵੇਂ ਬਖਸ਼ਿਸ਼ ਕਰਦੇ ਹੈ, ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸਤਿਗੁਰੂ ਜੀ ਦੇ ਅੰਮ੍ਰਿਤ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਨਾਵਾਂ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਰਾਗ ਧਨਾਸਰੀ ਅੰਦਰ ਸੱਚੇ ਪਾਤਸ਼ਾਹ ਆਪਣੇ ਸ਼੍ਰੀ ਕੰਠ ਤੋਂ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਤੇਹ ਜੋਗੀ ਕਉ ਜੁਗਤ ਨਾ ਜਾਨੋ। ਸੱਚੇ ਪਾਤਸ਼ਾਹ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਜੋ ਜੋਗੀ ਪੁਰਖ ਹਨ, ਮਹਾਰਾਜ ਇਹ ਜੰਗਲ ਵਿੱਚ ਵਾਸ ਕਰਦੇ ਹੈ, ਅਤੇ ਮਹਾਰਾਜ ਇਹਨਾਂ ਦੇ ਜੋ ਮਨ ਦੀ ਅਵਸਥਾ ਹੈ, ਇਹ ਤਾਂ ਮਹਾਰਾਜ ਵਾਹਿਗੁਰੂ ਨਾਲ ਜਿਹੜੇ ਆ ਇੱਕਮਿਕ ਹੋ ਗਏ ਹੋਣਗੇ ਜੋਗੀ। ਵਾਹਿਗੁਰੂ ਦੀ ਇਹਨਾਂ ਨੂੰ ਤਾਂ ਪ੍ਰਾਪਤੀ ਹੁੰਦੀ ਹੋਵੇਗੀ। ਸੱਚੇ ਪਾਤਸ਼ਾਹ ਜੀ ਮਹਾਰਾਜ ਸਿੱਖਾਂ ਦਾ ਪ੍ਰਸ਼ਨ ਸੁਣ ਕਰਕੇ ਹਜ਼ੂਰ ਉੱਤਰ ਦਿੰਦੇ ਹੈ। ਮਹਾਰਾਜ ਸਤਿਗੁਰੂ ਜੀ ਇਸ ਸ਼ਬਦ ਦੇ ਅੰਦਰ ਯੋਗੀ ਪੁਰਖ ਦੇ ਲੱਖਣ ਵੀ ਕਹਿਣਗੇ ਕਿ ਯੋਗੀ ਕੌਣ ਹੁੰਦਾ ਹੈ। ਬਾਹਰਲੇ ਸਾਧਨ ਕਮਾਉਣੇ ਯੋਗ ਦਾ ਅੰਗ ਮੰਨੇ ਹੈ, ਪਰ ਮਹਾਰਾਜ ਕਹਿੰਦੇ ਨੇ ਜਿੰਨਾ ਚਿਰ ਮਨ ਕਾਬੂ 'ਚ ਨਹੀਂ ਆਉਂਦਾ ਉਹ ਯੋਗੀ ਨਹੀਂ, ਅਯੋਗੀ ਰਹਿੰਦਾ ਹੈ। ਭਾਵ ਯੋਗ ਸਾਧਨਾ ਕਰਕੇ ਵੀ ਜੇ ਮਨ ਨਹੀਂ ਵਸ ਆਇਆ ਅਤੇ ਫਿਰ ਸੱਚੇ ਪਾਤਸ਼ਾਹ ਕਹਿੰਦੇ ਅੰਦਰ ਵਾਸ਼ਨਾਵਾਂ ਪ੍ਰਬਲ ਰਹਿੰਦੀਆਂ, ਫਿਰ ਯੋਗੀ ਕਿਵੇਂ ਅਖਵਾ ਸਕਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਸਿੱਖਾਂ ਦਾ ਪ੍ਰਸ਼ਨ ਸੁਣ ਕੇ ਜਦੋਂ ਬੇਨਤੀ ਕੀਤੀ, ਮਹਾਰਾਜ ਯੋਗੀ ਪੁਰਖ ਦੇ ਲੱਖਣ ਦੱਸੋ। ਅਤੇ ਜਿਹੜੇ ਮਹਾਰਾਜ ਸਾਧਨਾ ਕਰਦੇ ਆ ਯੋਗ ਸਾਧਨਾ, ਉਹ ਤਾਂ ਪ੍ਰਾਪਤੀ ਕਰ ਲੈਂਦੇ ਹੋਣਗੇ, ਤਾਂ ਹਜ਼ੂਰ ਸੁਣ ਕੇ ਫਰਮਾਉਂਦੇ ਹਨ। ਤੇਹ ਜੋਗੀ ਕਉ ਜੁਗਤ ਨਾ ਜਾਨੋ। ਹਜ਼ੂਰ ਫਰਮਾਉਂਦੇ ਹੈ
ਕਿ ਗੁਰਸਿੱਖੋ ਤਿਸ ਜੋਗੀ ਨੂੰ ਜੁਗਤ ਜਿਹੜੀ ਹੈ ਨਾ ਵਾਹਿਗੁਰੂ ਵਿੱਚ ਜੁੜਨ ਦੀ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਨਹੀਂ ਪ੍ਰਾਪਤ ਹੋਈ। ਜਾਣਨਾ ਕਰੋ ਉਸ ਜੋਗੀ ਦੇ ਕੋਲ ਜੁਗਤ ਨਹੀਂ ਹੈ, ਜੀਵ ਈਸ਼ ਦਾ ਭੇਦ ਨਹੀਂ ਉਸਨੇ ਮੇਟਿਆ। ਫਿਰ ਉਸ ਦੇ ਕੋਲ ਵਾਹਿਗੁਰੂ ਜੀ ਦੇ ਵਿੱਚ ਜੁੜਨ ਦਾ ਜਿਹੜਾ ਹੈ ਨਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਕੋਈ ਵੀ ਉਹਦੇ ਕੋਲ ਸਾਧਨ ਨਹੀਂ ਹੈ। ਪਰਮੇਸ਼ਰ ਨਾਲ ਇੱਕਮਿਕ ਹੋਣ ਦੀ ਜੁਗਤ ਉਹਦੇ ਕੋਲ ਨਹੀਂ ਹੈ, ਇਹ ਗੱਲ ਜਾਣਨਾ ਕਰੋ। ਲੋਭ ਮੋਹ ਮਾਇਆ ਮਮਤਾ ਫੁਨ। ਸਤਿਗੁਰੂ ਜੀ ਕਹਿੰਦੇ ਕਿਉਂ ਉਹਦੇ ਕੋਲ ਜੁਗਤ ਨਹੀਂ ਹੈ, ਕਿਉਂ ਉਹ ਨਹੀਂ ਜੁਗਤ ਜੁੜਿਆ ਹੋਇਆ? ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ, ਪੜੋ ਪੰਕਤੀ ਫੇਰ। ਲੋਭ ਮੋਹ ਮਾਇਆ ਮਮਤਾ ਫੁਨ। ਹਜੂਰ ਫਰਮਾਉਂਦੇ ਹੈ ਕਿ ਪਦਾਰਥਾਂ ਦੇ ਲੋਭ ਵਿੱਚ ਜੇ ਮਨ ਲੱਗਿਆ ਹੋਇਆ ਹੈ ਤੇ ਜੇ ਮੋਹ ਚਿੰਬੜਿਆ ਹੋਇਆ ਸਰੀਰਾਂ ਦਾ ਤੇ ਫੁਨ ਬੌੜੋ ਫਿਰ ਜਿਹੜੀ ਮਾਇਆ ਦੀ ਮਮਤਾ ਹੈ ਮੇਰ, ਇਹ ਸਤਿਗੁਰੂ ਜੀ ਕਹਿੰਦੇ ਭਾਈ ਨਹੀਂ ਛੁੱਟੀ ਐ। ਜਿਹ ਘਟ ਮਾਹੇ ਪਛਾਨਾ। ਜਿਸ ਜੋਗੀ ਦੇ ਘਟ ਹਿਰਦੇ ਦੇ ਅੰਦਰ ਇਸ ਗੱਲ ਨੂੰ ਪਹਿਚਾਣ ਲਵੋ, ਜਿਹੜੇ ਪਦਾਰਥਾਂ ਦਾ ਲੋਭ ਨਹੀਂ ਛੁੱਟ ਗਿਆ ਹੈ, ਜਿਸ ਦੇ ਘਟ ਹਿਰਦੇ ਦੇ ਅੰਦਰ ਇਸ ਗੱਲ ਨੂੰ ਪਛਾਣਿਆ ਜਾਂਦਾ ਹੈ, ਭਾਵ ਜਿਹਦੇ ਅੰਦਰ ਲੋਭ ਪ੍ਰਬਲ ਹੈ, ਮੋਹ ਪ੍ਰਬਲ ਹੈ, ਫਿਰ ਮਾਇਆ ਦੀ ਮੇਰ ਲੱਗੀ ਹੋਈ ਹੈ, ਤੇ ਸਤਿਗੁਰੂ ਜੀ ਕਹਿੰਦੇ ਨੇ ਤਿਹ ਜੋਗੀ ਕੋ ਜੁਗਤ ਨਾ ਜਾਣੋ। ਉਸ ਜੋਗੀ ਦੇ ਕੋਲ ਜੁਗਤ ਹੈ ਨਹੀਂ ਗੀ। ਇਸ ਗੱਲ ਦੀ ਜਿਹੜੀ ਹੈ ਨਾ ਭੇਦ ਨੂੰ ਮਹਾਰਾਜ ਕਹਿੰਦੇ ਜਾਣਨਾ ਕਰੋ। ਵਾਹਿਗੁਰੂ ਜੀ ਦੇ ਅੰਦਰ ਉਹ ਨਹੀਂ ਜੁੜਿਆ ਹੋਇਆ, ਇਹ ਜਾਣਨਾ ਕਰੋ। ਕਿਉਂਕਿ ਯੋਗ ਸਾਧਨਾ ਜੇ ਕੀਤੀ ਹੈ ਤੇ ਫਿਰ ਅੰਦਰੋਂ ਲੋਭ ਮਰਨਾ ਚਾਹੀਦਾ ਸੀ ਨਾ। ਲੋਭ ਤਾਂ ਉਵੇਂ ਹੀ ਪਦਾਰਥਾਂ ਦੇ ਇਕੱਠੇ ਕਰਨ ਦਾ ਬਣਿਆ ਹੋਇਆ ਹੈ। ਜਿੰਨੇ ਕੋਲ ਨੇ ਮਾਇਆ ਦੀ ਪ੍ਰਬਲਤਾ ਕਰਕੇ ਉਹਨਾਂ ਉੱਤੇ ਆਪਣੀ ਮੇਰ ਕਰਦਾ ਹੈ ਤੇ ਮੋਹ ਆਪਣੀ ਦੇਹ ਦਾ ਹੀ ਚਿੰਬੜਿਆ ਹੋਇਆ ਹੈ। ਤੇ ਮਹਾਰਾਜ ਕਹਿੰਦੇ ਨੇ ਜਿਸ ਜੋਗੀ ਦੇ ਘਟ ਹਿਰਦੇ ਦੇ ਅੰਦਰ ਇਹ ਲੋਭ ਨੂੰ ਵੇਖਿਆ ਜਾਂਦਾ ਹੈ, ਜੇ ਜਿਹ ਘਟ ਮਾਹੇ ਪਛਾਨੋ, ਭਾਈ ਪਛਾਨਣਾ ਕਰੋ, ਭਾਵ ਵੇਖਣਾ ਕਰੋ ਕਿ ਜਿਸ ਦੇ ਅੰਦਰ ਇਹ ਔਗਣ ਹਨ, ਮਹਾਰਾਜ ਕਹਿੰਦੇ ਤਿਹ ਜੋਗੀ ਕੋ ਜੁਗਤ ਨਾ ਜਾਣੋ। ਉਸ ਜੋਗੀ ਕੋਲ ਜੋਗ ਦੀ ਵੀ ਜੁਗਤ ਹੈ ਨਹੀਂ। ਕਿਉਂ ਨੇ ਪਤੰਜਲ ਨੇ ਵੀ ਕਿਹਾ ਨਾ ਕਿ ਚਿਤ ਬਿਰਤੀ ਨਿਰੋਧਾ ਸਾ ਯੋਗਹਾ, ਕਿ ਜਿਹੜਾ ਚਿੱਤ ਦੀਆਂ ਬਿਰਤੀਆਂ ਦਾ ਨਿਰੋਧ ਕਰਨਾ ਨਾ ਇਹੀ ਯੋਗ ਸਾਧਨਾ ਹੈ। ਤੇ ਜੇ ਚਿੱਤ ਦੀਆਂ ਬਿਰਤੀਆਂ ਦਾ ਨਿਰੋਧ ਵੀ ਨਹੀਂ ਕਰ ਸਕਿਆ ਤੇ ਫਿਰ ਜੋਗੀ ਕਿਵੇਂ ਅਖਵਾ ਸਕਦਾ ਹੈ? ਮਹਾਰਾਜ ਜੀ ਨੇ ਇਸੇ ਕਰਕੇ ਕਿਹਾ ਕਿ ਤਿਹ ਜੋਗੀ ਕੋ ਜੁਗਤ ਨਾ ਜਾਣੋ। ਯੋਗ ਸਾਧਨਾ ਦੇ ਅੰਦਰ ਆਸਣ ਮੰਨੇ ਜਾਂਦੇ ਹੈ ਤੇ ਉਹ ਜਿਹੜੇ ਆਸਣ 84 ਆਸਣ ਮੰਨੇ ਜਾਂਦੇ ਹੈ। ਭਾਵੇਂ ਕਿ ਜੋ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਸਿੱਧਾਂ ਨਾਲ ਵੀ ਚਰਚਾ ਕੀਤੀ ਸੀ ਤਾਂ ਉਸ ਸਮੇਂ ਸਿੱਧਾਂ ਨੇ ਜਿਹੜਾ ਸੀ ਆਸਣਾਂ ਬਾਰੇ ਮਹਾਰਾਜ ਜੀ ਨੂੰ ਪੁੱਛਿਆ ਸੀਗਾ ਤੇ ਜਿੰਨੇ 84 ਲੱਖ ਜੂਨ ਮੈਂ ਉਹਦੇ ਬੈਠਣ ਦੇ ਆਸਣਾਂ ਨੂੰ ਉਨੇ ਹੀ ਆਸਣ ਗਿਣੇ ਜਾਂਦੇ ਹੈ ਤੇ ਉਹਨਾਂ ਵਿੱਚੋਂ 84 ਮੁੱਖ ਆਸਣ ਹਨ। 84 ਵਿੱਚੋਂ 4 ਮੁੱਖ ਆਸਣ ਕੱਢੇ ਹੈ, ਜਿਹਦੇ ਵਿੱਚੋਂ ਪਦਮਾਸਨ ਬੈਠਦੇ ਆ ਜੋਗੀ ਬਹੁਤਾਤ ਦੇ ਅੰਦਰ। ਤੇ ਪਦਮਾਸਨ ਦੇ ਅੰਦਰ ਬੈਠ ਕਰਕੇ ਆਪਣੇ ਸਵਾਸਾਂ ਦੀ ਪ੍ਰਕਿਰਿਆ ਨਾਲ ਸਵਾਸ ਜਿਹੜੇ ਆ ਉਹ ਚੜਾਉਂਦੇ ਆ ਤੇ ਟਿਕਾਉਂਦੇ ਆ, ਫਿਰ ਉਤਾਰਦੇ ਹਨ। ਇੱਕ ਤਾਂ ਆਸਣ ਲਾਉਣੇ ਸਿੱਖਦੇ ਆ, ਇਹ ਵੀ ਯੋਗ ਦਾ ਇੱਕ ਅੰਗ ਹੈ। ਜਿਵੇਂ ਇਸ ਪ੍ਰਕਾਰ 8 ਅੰਗ ਮੰਨੇ ਜਾਂਦੇ ਹਨ, ਉਹਨਾਂ ਵਿੱਚੋਂ ਆਸਣ ਇੱਕ ਅੰਗ ਮੰਨਿਆ ਜਾਂਦਾ ਹੈ ਯੋਗ ਦਾ। ਤੇ ਫਿਰ ਪ੍ਰਾਣਾਯਾਮ ਹੈ ਤੇ ਇਸ ਤਰ੍ਹਾਂ ਜੋਗੀ ਪ੍ਰਾਣਾਯਾਮ ਕਰਦੇ ਹੋਏ ਸਵਾਸਾਂ ਨੂੰ ਚੜਾਉਂਦੇ ਹੈ, ਟਿਕਾਉਂਦੇ ਹੈ ਤੇ ਉਤਾਰ ਦਿੰਦੇ ਹੈ। ਤੇ
ਇਹ ਪ੍ਰਕਿਰਿਆ ਦੇ ਨਾਲ ਆਪਣੇ ਸਵਾਸ ਉਹ ਦਸਮ ਦੁਆਰ ਦੇ ਵਿੱਚ ਚੜ੍ਹਾ ਲੈਂਦੇ ਆ। ਤੇ ਦਸਮ ਦੁਆਰ ਦੇ ਵਿੱਚ ਸਵਾਸ ਜਿਹੜੇ ਆ ਉਹ ਬੜੀ ਮਿਹਨਤ ਨਾਲ ਚੜ੍ਹਦੇ ਆ। ਪਰ ਮਹਾਰਾਜ ਕਹਿੰਦੇ ਜੇਕਰ ਕਿ ਪਦਾਰਥਾਂ ਦਾ ਲੋਭ ਨਾ ਅੰਦਰੋਂ ਮਰਿਆ ਤੇ ਫਿਰ ਜਿਹੜੇ ਬਾਹਰੋਂ ਯੋਗ ਦੇ ਆਸਣ ਕੀਤੇ, ਪ੍ਰਾਣਾਯਾਮ ਕੀਤਾ, ਪਰ ਵਾਹਿਗੁਰੂ ਵਿੱਚ ਜੁੜਨ ਦੀ ਜੁਗਤ ਤਾਂ ਲੱਭੀ ਨਹੀਂ। ਜੋਗੀ ਦਾ ਅੰਦਰੋਂ ਹਿਰਦਾ ਸ਼ਾਂਤ ਨਹੀਂ ਹੋਇਆ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਨਾ ਕਿ ਗੱਲੀ ਯੋਗ ਨਾ ਹੋਏ। ਇਹ ਭਾਈ ਜਿਹੜਾ ਵਾਹਿਗੁਰੂ ਜੀ ਦੇ ਵਿੱਚ ਜੁੜਨਾ ਨਾ, ਇਹ ਗੱਲਾਂ ਨਾਲ ਯੋਗ ਸਾਧਨਾ ਜਾਂ ਹੱਠ ਯੋਗ ਨਾਲ ਨਹੀਂ ਪ੍ਰਾਪਤੀ ਹੁੰਦੀ। ਇਹ ਹੱਠ ਯੋਗ ਦਾ ਰਸਤਾ ਹੈ। ਸਰੀਰਕ ਜਿਹੜੀ ਹੈ ਤੰਦਰੁਸਤੀ ਲਈ ਜਿਵੇਂ ਕੋਈ ਕਸਰਤ ਕਰੀਦੀ ਹੈ, ਇਸ ਤਰ੍ਹਾਂ ਤਾਂ ਗੁਰਸਿੱਖ ਇਸ ਨੂੰ ਯੋਗ ਨੂੰ, ਆਸਣ ਨੂੰ ਜਾਂ ਪ੍ਰਾਣਾਯਾਮ ਨੂੰ ਕਰਦੇ ਹੈ। ਪਰ ਵਾਹਿਗੁਰੂ ਨਾਲ ਮਿਲਣ ਵਾਸਤੇ ਜਿਹੜਾ ਇਹ ਰਸਤਾ ਬੜਾ ਕਠਿਨਮੈ। ਸੱਚੇ ਪਾਤਸ਼ਾਹ ਨੇ ਸ਼ਬਦ ਤੇ ਸੁਰਤ ਦਾ ਰਸਤਾ ਮਹਾਰਾਜ ਜੀ ਨੇ ਦੱਸਿਆ ਹੈ ਕਿ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹਿ ਸਿਆਣੀਐ ਇਉ ਕੰਤ ਮਿਲਾਵਾ ਹੋਏ। ਇਉਂ ਸੱਚੇ ਪਾਤਸ਼ਾਹ ਜੀ ਨੇ ਇਹ ਪਿਆਰ ਦਾ ਮਾਰਗ ਦੱਸਿਆ। ਜਦੋਂ ਸ਼ਬਦ ਵਿੱਚ ਸੁਰਤ ਜੁੜਦੀ ਹੈ ਉਦੋਂ ਪਿਆਰ ਉਤਪੰਨ ਹੁੰਦਾ ਹੈ ਤੇ ਸ਼ਬਦ ਵਿੱਚ ਜੁੜਦਿਆਂ ਹੀ ਜੀਵ ਦੇਹ ਤੋਂ ਬਾਹਰ ਆ ਜਾਂਦਾ ਹੈ। ਉਹਨੂੰ ਸ਼ਬਦ ਆਪਣੇ ਅਸਲੇ ਦਾ ਜਿਹੜਾ ਹੈ ਨਾ ਉਹ ਸਪਰਸ਼ ਦਿੰਦਾ ਹੈ ਕਿ ਤੂੰ ਦੇਹ ਨਹੀਂ ਹੈ, ਤੂੰ ਆਪਣੇ ਆਪ ਨੂੰ ਪਹਿਚਾਣ ਲੈ। ਰਸਨਾ ਰਸਾਂ ਤੋਂ ਪਰਾਂ ਹੋ ਜਾਂਦੀ ਹੈ। ਕੰਨ ਸੁਣਨ ਦੇ ਵਿਸ਼ੇ ਤੋਂ ਉੱਠ ਜਾਂਦੇ ਹੈ, ਨੱਕ ਸੁਗੰਧੀ ਦੇ ਵਿਸ਼ੇ ਤੋਂ ਉੱਠ ਜਾਂਦਾ ਹੈ, ਅੱਖਾਂ ਵੇਖਣ ਦੇ ਵਿਸ਼ੇ ਤੋਂ ਉੱਠ ਜਾਂਦੀਆਂ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਤੁਚਾ ਚਮੜੀ ਜਿਹੜੀ ਹੈ ਸਪਰਸ਼ ਨੂੰ ਨਹੀਂ ਦੌੜਦੀ। ਇਸ ਤਰ੍ਹਾਂ ਇਹ ਜਿਹੜੇ ਵਿਸ਼ੇ ਆ ਵਸੀਕਾਰ ਹੋ ਜਾਂਦੇ ਆ। ਪਰ ਜਿੰਨਾ ਚਿਰ ਵਿਸ਼ੇ ਨਹੀਂ ਵਸੀਕਾਰ ਹੁੰਦੇ, ਫਿਰ ਮਹਾਰਾਜ ਕਹਿੰਦੇ ਭਾਈ ਤ੍ਰਿਕੁਟੀ ਵਿੱਚ ਜਾ ਟਿਕਿਆ, ਦਸਮ ਦੁਆਰ ਵਿੱਚ ਜਾ ਟਿਕਿਆ ਤੇ ਪਰ ਜੁਗਤ ਨਾ ਮਿਲੀ। ਉਹ ਤਰੀਕਾ ਤਾਂ ਨਾ ਲੱਭਿਆ ਜਿਸ ਨਾਲ ਆਪਣੇ ਮਨ ਨੂੰ ਸ਼ਾਂਤ ਕਰਨਾ ਸੀ। ਮਨ ਦੇ ਅੰਦਰ ਵਿਕਾਰਾਂ ਦੀ ਅੱਗ ਤਾਂ ਉਵੇਂ ਹੀ ਭੜਕਦੀ ਹੈ ਨਾ। ਜਿਹੜਾ ਮਛਿੰਦਰਨਾਥ ਸੀਗਾ ਉਹ ਅਮਰੂ ਰਾਜੇ ਦੀ, ਜਿਹੜਾ ਸਿੰਗਲਾ ਦੀਪ ਦਾ ਰਾਜਾ ਸੀ, ਉਹਦੀ ਦੇਹ ਵਿੱਚ ਜਾ ਵੜਿਆ ਸੀ ਤੇ ਪਦਮਨੀ ਜਾਤੀ ਦੀਆਂ ਇਸਤਰੀਆਂ ਨੂੰ ਭੋਗਣ ਲਈ ਰਾਜਾ ਤਾਂ ਚੜ੍ਹਾਈ ਕਰ ਗਿਆ ਤੇ ਇੱਕ ਪਾਸੇ ਮਛਿੰਦਰਨਾਥ ਸਮਾਧੀ ਲਾਈ ਹੋਈ ਸੀ ਤੇ ਸਰੀਰ ਤਾਂ ਉਹਦਾ ਸਮਾਧੀ ਲਾਈ ਬੈਠਾ ਹੈ ਤੇ ਆਪਣੇ ਸੂਖਸ਼ਮ ਸਰੀਰ ਨੂੰ ਵਿੱਚੋਂ ਦਸਮ ਦੁਆਰ ਦੁਆਰਾ ਕੱਢ ਕੇ ਤੇ ਰਾਜੇ ਦੀ ਦੇਹ ਵਿੱਚ ਜਾ ਵੜਿਆ ਸੀਗਾ। ਉੱਥੇ ਫਿਰ ਸਾਰੇ ਸੁੱਖਾਂ ਨੂੰ ਭੋਗਦਾ ਸੀਗਾ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਇਸ ਪ੍ਰਕਾਰ ਇਹਨਾਂ ਨੂੰ ਉਪਦੇਸ਼ ਦਿੱਤਾ ਹੈ, ਇਹ ਗੋਰਖਨਾਥ ਭਾਵੇਂ ਜਿਹੜਾ ਸੀਗਾ ਇਹ ਮਛਿੰਦਰਨਾਥ ਦਾ ਚੇਲਾ ਹੀ ਸੀਗਾ ਤੇ ਇਹ ਫਿਰ ਲੈ ਕੇ ਆਇਆ ਸੀ ਉਸ ਨੂੰ ਗਵਈਆਂ ਦਾ ਰੂਪ ਧਾਰ ਕਰਕੇ ਤੇ ਭੇਖ ਬਦਲ ਕੇ, ਕਿਉਂਕਿ ਇਹ ਮਛਿੰਦਰਨਾਥ ਨੇ ਹੁਕਮ ਕਰ ਦਿੱਤਾ ਸੀ ਕਿ ਰਾਜ ਵਿੱਚ ਕੋਈ ਕੰਨਪਾਟਾ ਜੋਗੀ ਨਾ ਆਵੇ। ਤੇ ਜਦੋਂ ਇਹ ਉੱਥੇ ਭੇਸ ਬਦਲ ਕੇ ਚਲੇ ਗਿਆ, ਇਹਨੇ ਫਿਰ ਪੜ੍ਹਿਆ ਜਦੋਂ ਸਭਾ ਦੇ ਅੰਦਰ ਜਾਗ ਮਛਿੰਦਰਾ ਗੋਰਖ ਆਏ ਤੇ ਫਿਰ ਉੱਥੇ ਹੀ ਦੇਹ ਲੁੜਕ ਗਈ ਸੀ ਅਮਰੂ ਰਾਜੇ ਦੀ, ਕਿਉਂਕਿ ਵਿੱਚ ਤਾਂ ਮਛਿੰਦਰਨਾਥ ਵੜਿਆ ਫਿਰਦਾ ਸੀ। ਉੱਥੋਂ ਜਦੋਂ ਨਿਕਲਿਆ ਤੇ ਫਿਰ ਗੋਰਖਨਾਥ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕੋਲ ਲੈ ਕੇ ਆਇਆ ਸੀ। ਮਹਾਰਾਜ ਭਾਵੇਂ ਗੁਰੂ ਆ ਮੇਰਾ, ਪਰ ਮਹਾਰਾਜ ਇਹਦੇ ਵਕਾਰ ਨਹੀਂ ਸ਼ਾਂਤ ਹੋਏ, ਕਿਰਪਾ ਕਰੋ ਮਹਾਰਾਜ ਸਾਹਿਬ ਜੀ ਇਹਦੇ ਵਕਾਰ ਸ਼ਾਂਤ ਕਰੋ। ਮਹਾਰਾਜ ਜੀ ਨੇ ਕਿਹਾ ਸੀ ਸੁਣ ਮਾਛਿੰਦਰਾ ਨਾਨਕ ਬੋਲੇ, ਵਸਗਤ ਪੰਚ ਕਰੈ ਨਹਿ ਡੋਲੇ। ਮਹਾਰਾਜ ਕਹਿੰਦੇ ਮਛਿੰਦਰਨਾਥ ਪੰਜਾਂ ਨੂੰ ਵਸ ਕਰਨਾ ਪੈਂਦਾ ਜੇ ਯੋਗ ਕਮਾਉਣਾ ਹੈ ਤਾਂ। ਜੇ ਵਕਾਰ ਹੀ ਨਹੀਂ ਵਸ ਕੀਤੇ ਗਏ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅਧੀਨ ਹੈ, ਤਾਂ ਮਹਾਰਾਜ ਕਹਿੰਦੇ ਨੇ ਤਿਹ ਜੋਗੀ ਕੋ ਜੁਗਤ ਨਾ ਜਾਣੋ। ਮਛਿੰਦਰਨਾਥ ਵਰਗੇ ਜੋਗੀ ਨੂੰ ਵੀ ਜੁਗਤ ਨਹੀਂ ਸੀ ਲੱਭੀ ਵਾਹਿਗੁਰੂ ਵਿੱਚ ਜੁੜਨ ਦੀ, ਪਰਮੇਸ਼ਰ ਨਾਲ ਜੁਗਤ ਨਹੀਂ ਸੀ ਜੁੜ ਸਕਿਆ।
ਮਹਾਰਾਜ ਕਹਿੰਦੇ ਜਾਣਨਾ ਕਰੋ ਤਿਸ ਜੋਗੀ ਕੋਲ ਵਾਹਿਗੁਰੂ ਵਿੱਚ ਜੁੜਨ ਦੀ ਕੋਈ ਜੁਗਤ ਨਹੀਂ ਹੈ। ਜੀਵ ਇਸ ਦਾ ਭੇਦ ਮੇਟ ਕੇ ਪਰਮੇਸ਼ਰ ਨਾਲ ਇੱਕ ਮਿਕ ਨਹੀਂ ਹੋਇਆ, ਉਹ ਤਾਂ ਦੇਹ ਦਿਆਂ ਜਿਹੜੇ ਹੈ ਸਵਾਦਾਂ ਵਿੱਚ ਫਸਿਆ ਹੋਇਆ। ਜੇ ਕਰਕੇ ਸਾਧਨਾ ਕਰਕੇ ਜਿਹੜਾ ਹੈ ਇਹ ਸਵਾਸ ਚੜਾਉਣ ਲੱਗ ਪਿਆ, ਤ੍ਰਿਕੁਟੀ ਪ੍ਰਾਪਤ ਹੋ ਗਈ, ਤ੍ਰਿਕੁਟੀ ਛੁੱਟ ਕੇ ਦਸਮ ਦਵਾਰ ਵਿੱਚ ਜਾ ਚੜਿਆ, ਫਿਰ ਦਿਵ ਭੋਗਾਂ ਦਾ ਜਿਹੜਾ ਹੈ ਉਹ ਰਸ ਨਹੀਂ ਛੁਟਕਿਆ ਹੈ। ਸੱਚੇ ਪਾਤਸ਼ਾਹ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਤਿਹ ਜੋਗੀ ਕੋ ਜੁਗਤ ਨਾ ਜਾਣੋ। ਉਸ ਜੋਗੀ ਦੇ ਕੋਲ ਜਾਣਨਾ ਕਰੋ ਕੋਈ ਵੀ ਜੁਗਤ ਨਹੀਂ ਹੈ ਵਾਹਿਗੁਰੂ ਵਿੱਚ ਜੁੜਨ ਦੀ। ਵਾਹਿਗੁਰੂ ਨਾਲ ਉਹ ਜੁੜਿਆ ਨਹੀਂ ਹੋਇਆ ਤੇ ਇਸ ਤਰ੍ਹਾਂ ਦਾ ਜੋਗੀ ਕਿਸ ਤਰ੍ਹਾਂ ਦਾ? ਮਹਾਰਾਜ ਜੀ ਕਹਿੰਦੇ ਲੋਭ ਮੋਹ ਮਾਇਆ ਮਮਤਾ ਫੁਨ, ਜਿਹਦੇ ਅੰਦਰ ਲੋਭ ਹੈ, ਮੋਹ ਹੈ ਤੇ ਫੁਨ ਬੜੋ ਮਾਇਆ ਦੀ ਮੇਰ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹ ਘਟ ਮਾਹੇ ਪਛਾਨੋ, ਤੁਸੀਂ ਪਛਾਣ ਲਓ, ਵੇਖ ਲਓ ਕਿ ਜਿਹਦੇ ਅੰਦਰ ਇਹ ਵਿਕਾਰ ਨੇ ਉਹਨੂੰ ਜੋਗੀ ਨਾ ਜਾਣੋ। ਮਹਾਰਾਜ ਕਹਿੰਦੇ ਉਹ ਜੋਗੀ ਨਹੀਂ ਭਾਈ ਅਖਵਾ ਸਕਦਾ। ਜੋਗ ਦੇ ਜਿਹੜੇ ਬਾਹਰਲੇ ਚਿੰਨ੍ਹ ਹੈ ਖਿੰਥਾ ਡੰਡਾ ਮੁੰਦਾ, ਇਹ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਇਹਨਾਂ ਨਾਲ ਵੀ ਜੋਗੀ ਨਹੀਂ ਬਣਿਆ ਜਾਂਦਾ ਹੈ। ਜੇ ਕਰਕੇ ਵਾਹਿਗੁਰੂ ਵਿੱਚ ਇੱਕ ਮਿਕ ਹੋਵੇ ਤਾਂ ਜੋਗੀ ਅਖਵਾ ਸਕਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਕੇ ਦੱਸੋ ਫਿਰ ਜੋਗੀ ਪੁਰਖ ਕੌਣ ਅਖਵਾ ਸਕਦਾ ਹੈ? ਤੇ ਸਤਿਗੁਰੂ ਜੀ ਫਿਰ ਅੱਗੇ ਹੁਣ ਪਹਿਲਾ ਬੰਦ ਸੰਪੂਰਨ ਕਰਕੇ ਦੂਸਰੇ ਬੰਦ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਜੋਗੀ ਪੁਰਖ ਦੇ ਲੱਖਣ ਦੱਸਦੇ ਆ ਕਿ ਭਾਈ ਜੋਗੀ ਕਿਹੋ ਜਿਹਾ ਹੋਣਾ ਚਾਹੀਦਾ ਏ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਆ ਰਹਾਉ ਦੀ ਪੰਕਤੀ ਵਿੱਚ ਅਰਥ ਭਾਵ ਮਹਾਰਾਜ ਜੀ ਨੇ ਜਿਹੜਾ ਹੈ ਉਹ ਸਥਾਈ ਭਾਵ ਰੱਖ ਕੇ ਕਿ ਜਿਹਦੇ ਅੰਦਰ ਇਹ ਔਗਣ ਹਨ, ਮਹਾਰਾਜ ਨੇ ਕਿਹਾ ਤਿਹ ਜੋਗੀ ਕਉ ਜੁਗਤ ਨਾ ਜਾਣੋ। ਉਸ ਜੋਗੀ ਦੇ ਕੋਲ ਜਾਣਨਾ ਕਰੋ ਕਿ ਜੁਗਤ ਨਹੀਂ ਹੈ, ਉਹ ਜੁੜਿਆ ਹੋਇਆ ਨਹੀਂ ਹੈ। ਸੱਚੇ ਪਾਤਸ਼ਾਹ ਕਹਿੰਦੇ ਕੋਈ ਵੀ ਉਹਨੂੰ ਜੁਗਤੀ ਨਹੀਂ ਲੱਭੀ ਪਰਮੇਸ਼ਰ ਵਿੱਚ ਇੱਕ ਮਿਕ ਹੋਣ ਦੀ, ਜਿਹਦੇ ਅੰਦਰ ਇਹ ਔਗਣ ਹਨ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਨੇ ਪਰ ਨਿੰਦਾ ਉਸਤਤ ਨਹਿ ਜਾ ਕੈ। ਫਿਰ ਸੱਚੇ ਪਾਤਸ਼ਾਹ ਹੁਣ ਲੱਖਣ ਕਹਿੰਦੇ ਆ। ਜਦੋਂ ਸਿੱਖਾਂ ਕਿਹਾ ਮਹਾਰਾਜ ਜੋਗੀ ਪੁਰਖ ਦੇ ਲੱਖਣ ਦੱਸੋ, ਤੇ ਹਜੂਰ ਕਹਿੰਦੇ ਪਰ ਨਿੰਦਾ, ਜਿਹੜਾ ਪਰਾਏ ਦਾ ਪ੍ਰਤਾਪ ਵੇਖ ਕਰਕੇ ਸੜਦਾ ਨਹੀਂ ਤੇ ਉਹਦੀ ਨਿੰਦਾ ਨਹੀਂ ਕਰਦਾ। ਨਿੰਦਾ ਹੁੰਦੀ ਹੈ ਅਕਾਰਨ ਹੀ ਕੋਲੋਂ ਬਣਾ ਕਰਕੇ ਕਿਸੇ ਦਾ ਅਪਜਸ ਕਰਨਾ ਕਿ ਇਹਦਾ ਪ੍ਰਤਾਪ ਘਟ ਜਾਵੇ, ਜਾਣ ਬੁੱਝ ਕੇ ਉਹਦੀ ਨਰਾਦਰੀ ਦੇ ਸ਼ਬਦ ਬੋਲਣੇ, ਤੇ ਫਿਰ ਗੱਲ ਭਾਵੇਂ ਕੋਈ ਵੀ ਨਾ ਹੋਵੇ ਤਾਂ ਵੀ ਕਹਿਣਾ ਉਹ ਜਾਣਦੇ ਅਸੀਂ ਇਹਨੂੰ ਕਿੰਨਾ ਕੁ ਗੁਰਮੁਖ ਵੈ। ਇਸ ਤਰ੍ਹਾਂ ਕਿਸੇ ਦੇ ਜਿਹੜਾ ਹੈ ਨਰਾਦਰ ਬਾਰੇ ਜਿਹੜਾ ਉਹ ਬੋਲਣੇ ਮੁਖ ਤੋਂ, ਪਰ ਨਿੰਦਾ ਕਰਨੀ। ਤੇ ਸਤਿਗੁਰੂ ਜੀ ਕਹਿੰਦੇ ਇਹ ਸੁਭਾਅ ਮਨ ਦੇ ਅੰਦਰ ਪਰ ਨਿੰਦਾ ਉਸਤਤ ਨਹਿ ਜਾ ਕੈ, ਤੇ ਪਰਾਈ ਨਿੰਦਾ ਨਾ ਕਰਨ ਵਾਲਾ ਹੋਵੇ, ਪਰਾਏ ਦਾ ਪ੍ਰਤਾਪ ਵੇਖ ਕੇ ਸੜਦਾ ਨਾ ਹੋਵੇ, ਤੇ ਕਿਸੇ ਵਿੱਚ ਦੋਸ਼ਣ ਕੱਢ ਕੇ ਤੇ ਅਜਾਈ ਅਕਾਰਨ ਹੀ ਉਹਦੀ ਨਿੰਦਾ ਨਾ ਕਰਦਾ ਹੋਵੇ, ਤੇ ਉਹ ਆਪਣੀ ਉਸਤਤੀ ਦੀ ਇੱਛਾ ਨਾ ਹੋਵੇ, ਜਿਹਦੇ ਅੰਦਰ ਆਪਣੀ ਉਸਤਤ ਕਰਾਉਣ ਦੀ, ਆਪਣੀ ਵਡਿਆਈ ਕਰਾਉਣ ਦੀ। ਕਿਉਂਕਿ ਆਖਰ ਗੋਰਖਨਾਥ ਵੀ ਤਾਂ ਮਾੜੇ ਮੋਟੇ ਤਾਂ ਚੇਲੇ ਹੀ ਨਹੀਂ ਸੀ ਬਣਾਉਂਦਾ, ਇਹ ਤਾਂ ਰਾਜਿਆਂ ਦੇ ਹੀ ਕੰਨ ਪਾੜਦਾ ਸੀ ਸਿੱਧੇ ਜਾ ਕੇ। ਕਿਉਂਕਿ ਉਹ ਜਦੋਂ ਉਹਨਾਂ ਨੂੰ ਆਪਣੇ ਪੰਥ ਵਿੱਚ ਲਿਆਉਂਦਾ ਸੀ ਕਦੇ ਉਹ ਮੋਹ ਜਾਗਦਾ ਤੇ ਫਿਰ ਵੀ ਮੁੜ ਜਾਂਦੇ ਸੀਗੇ। ਤੇ ਪਰ ਇਸ ਨੇ ਕੰਨ ਪਾੜਨੇ ਸ਼ੁਰੂ ਕਰਤੇ ਕਿ ਸ਼ਰਮਿੰਦਗੀ ਨਾਲ ਵਾਪਸ ਨਾ ਮੁੜਨ। ਇਉਂ ਰਾਜਿਆਂ ਨੂੰ ਚੇਲੇ ਬਣਾਉਂਦਾ ਸੀ, ਇੱਛਾ ਸੀ ਨਾ ਆਪਣੀ ਉਸਤਤ ਦੀ। ਤਾਂ ਕਰਕੇ ਹੀ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਵੀ ਆਪਣੇ ਪੰਥ ਵਿੱਚ ਲਿਆਉਣ ਦਾ ਬੜਾ ਯਤਨ ਕੀਤਾ ਕਿ ਵੈ ਦਰਸ਼ਨ ਇਹ ਲੇਵੈ ਬਾਲਾ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਮਹਾਰਾਜ ਸਾਹਿਬ ਜੀ ਨੂੰ ਬਾਲਾ ਸ਼ਬਦ ਕਹਿੰਦੇ ਸੀ, ਜੋ ਸਾਰਿਆਂ ਦੇ ਸਾਂਝੇ ਬਾਪੂ ਸੰਸਾਰ ਵਿੱਚ ਨਿਰੰਕਾਰ ਸਰੂਪ ਸਤਿਗੁਰੂ ਜੀ ਆਏ ਹੈ। ਤੇ ਮਹਾਰਾਜ ਸਾਹਿਬ ਜੀ ਨੂੰ ਕੀ ਨਹੀਂ ਉਹਨਾਂ ਨੇ ਕ੍ਰਿਸ਼ਮੇ ਆਪਣੀ ਕਰਾਮਾਤ ਦੇ ਦਿਖਾਏ। ਸਤਿਗੁਰੂ ਜੀ ਕਹਿੰਦੇ ਸਾਡੇ ਲਈ ਤਾਂ ਇਹ ਨਾਟਕ ਚੇਟਕ ਵੈ, ਸਾਡਾ ਤਾਂ ਭਾਵ ਭਗਤੀ ਨਾਲ ਵਾਹ ਏ ਗੋਰਖਨਾਥ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ
ਭਾਈ ਸਾਹਿਬ ਨੇ ਲਿਖਿਆ ਕਿ ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋ ਸੋ ਆਪਣਾ ਪੰਥ ਨਿਰਾਲਾ। ਸ਼ਬਦ ਦੀ ਬਖਸ਼ਿਸ਼ ਨਾਲ ਮਹਾਰਾਜ ਜੀ ਨੇ ਇਹ ਸਿੱਧਾਂ ਦੀ ਮੰਡਲੀ ਤੇ ਫਤਿਹ ਪਾਈ ਮਹਾਰਾਜ ਨੇ। ਤੇ ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ, ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ। ਮਹਾਰਾਜ ਨੇ ਸ਼ਬਦ ਦੀ ਸ਼ਾਂਤੀ ਦਿੱਤੀ ਸਿੱਧਾਂ ਨੂੰ, ਸੱਚੇ ਪਾਤਸ਼ਾਹ ਜੀ ਨੇ। ਕੀ ਕੁਝ ਮਹਾਰਾਜ ਨੂੰ ਕਹਿੰਦੇ ਸੀ, ਮਹਾਰਾਜ ਤੁਸੀਂ ਸਾਡੇ ਵੱਡੇ ਬਣ ਜਾਓ ਤੇ ਅਸੀਂ ਜਿਹੜਾ ਤੁਹਾਡਾ 4 ਯੁੱਗ ਤੁਹਾਡੀ ਉਮਰ ਵਧਾ ਦਾਂਗੇ, ਯੋਗ ਸਾਧਨਾ ਨਾਲ ਸਾਰਾ ਸੰਸਾਰ ਹੀ ਮਗਰ ਲਾ ਦਾਂਗੇ। ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦਾ ਜੋ ਆਂਸ਼ਾ ਹੈ ਨਾ ਗੁਰੂ ਘਰ ਦਾ, ਮਹਾਰਾਜ ਉਹ ਜਪਜੀ ਸਾਹਿਬ ਦਾ ਹੀ ਆਂਸ਼ਾ ਇੱਥੇ ਪ੍ਰਗਟ ਕਰਦੇ। ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਦੋਂ ਸਿੱਧਾਂ ਨੂੰ ਆਖਿਆ ਸੀ, ਸਿੱਧੋ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ। ਇਹ ਉਸਤਤੀ ਹੈ ਨਾ ਕਿ ਚੰਗਾ ਨਾਂ ਆਪਣਾ ਰਖਾ ਕੇ ਜਗਤ ਦੇ ਅੰਦਰ ਬੜੀ ਕੀਰਤੀ ਜਸ ਹੋਵੇ। ਪਰ ਮਹਾਰਾਜ ਕਹਿੰਦੇ ਭਾਈ ਇਹ ਉਸਤਤ ਜਿਹੜੀ ਹੈ ਨਾ ਝੂਠੀ ਹੈ, ਸਰੀਰ ਦੀ ਵਡਿਆਈ। ਕਿਉਂਕਿ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ। ਇੱਕ ਦਿਨ ਫਿਰ ਇਹੋ ਜਿਹਾ ਆਉਂਦਾ ਜਦੋਂ ਕੋਈ ਬਾਤ ਵੀ ਨਹੀਂ ਪੁੱਛਦਾ ਹੈ। ਤੋ ਸਤਿਗੁਰੂ ਜੀ ਕਹਿੰਦੇ ਜਿਹਦੇ ਅੰਦਰ ਆਪਣੇ ਇਸ ਸਰੀਰ ਦੇ ਖਲੜੇ ਦੀ ਉਸਤਤ ਦੀ ਇੱਛਾ ਨਹੀਂ ਰਹਿ ਗਈ, ਕੋਈ ਵੀ ਇਹ ਮਨ ਦੇ ਅੰਦਰ ਸੰਕਲਪ ਨਹੀਂ ਕਿ ਮੇਰੇ ਸਰੀਰ ਦੀ ਜੈ ਜੈਕਾਰ ਹੋਵੇ, ਮੇਰਾ ਬੜਾ ਮਾਣ ਹੋਵੇ ਤੇ ਪਰਾਏ ਦੀ ਨਿੰਦਾ ਕਰਨ ਵਾਲਾ ਨਾ ਹੋਵੇ। ਕੰਚਨ ਲੋਹ ਸਮਾਨੋ, ਕੰਚਨ ਜਿਹੜਾ ਸੋਇਨਾ ਹੈ ਉਹਨੂੰ ਲੋਹੇ ਦੇ ਸਮਾਨ ਮਹਾਰਾਜ ਕਹਿੰਦੇ ਭਾਈ ਜਾਣਨਾ ਕਰੋ ਕਿ ਜਿਹੜਾ ਇਸ ਤਰ੍ਹਾਂ ਜਾਣਨ ਵਾਲਾ ਹੋਵੇ, ਨਾ ਪਰ ਨਿੰਦਾ ਕਰਦਾ ਹੋਵੇ, ਨਾ ਆਪਣੀ ਉਸਤਤ ਕਰਾਉਣ ਦੀ ਇੱਛਾ ਹੋਵੇ, ਤੇ ਕੰਚਨ ਲੋਹੇ ਨੂੰ ਮਹਾਰਾਜ ਕਹਿੰਦੇ ਇੱਕ ਸਮਾਨ ਜਾਣ ਲਵੇ, ਬਰਾਬਰ ਜਾਣੇ। ਐਸਾ ਜਿਹੜਾ ਹੈ ਉਹ ਜੋਗੀ ਪੁਰਖ ਹੁੰਦਾ ਹੈ। ਮਹਾਰਾਜ ਨੇ ਇਹ ਜੋਗੀ ਪੁਰਖ ਦੇ ਲੱਖਣ ਕਹੇ ਹੈ। ਜੇ ਕਰਕੇ ਕੰਚਨ ਸੋਇਨੇ ਨੂੰ ਤੇ ਲੋਹੇ ਨੂੰ ਬਰਾਬਰ ਜਾਣਦਾ ਹੁੰਦਾ, ਮਛਿੰਦਰਨਾਥ ਤੇ ਕਾਹਨੂੰ ਜਾਂਦਾ ਉੱਥੇ ਰਾਜੇ ਦੇ ਰਾਜ ਮਹਿਲ ਵਿੱਚ, ਉਹਦੀ ਦੇਹ ਵਿੱਚ ਵੜ ਕੇ ਭੋਗਾਂ ਨੂੰ ਭੋਗਣ ਲਈ ਕਿਉਂ ਜਾਂਦਾ? ਕਿਉਂਕਿ ਇੱਛਾ ਸੀਗੀ। ਇਸ ਕਰਕੇ ਲੋਹੇ ਨੂੰ ਤੇ ਕੰਚਨ ਸੋਇਨੇ ਨੂੰ ਉਸ ਬਰਾਬਰ ਨਹੀਂ ਸੀਗਾ ਜਾਣਿਆ। ਜਿਹੜਾ ਹੈ ਕੰਚਨ ਦੀ ਨਿਆਈ ਜਿਹੜੇ ਦੇਵ ਦੇਹਾਂ ਹਨ, ਲੋਹੇ ਦੀ ਨਿਆਈ ਜਿਹੜੇ ਤਾਮਸੀ ਜੀਵ ਹੈ, ਉਹਨਾਂ ਵਿੱਚ ਇੱਕੋ ਇੱਕ ਵਾਹਿਗੁਰੂ ਦੀ ਜੋਤ ਨੂੰ ਜਾਣਨਾ ਕਰੇ ਕਿ ਸਭ ਦੇ ਅੰਦਰ ਸਮਾਨ ਇੱਕ ਰਸ ਬ੍ਰਹਮ ਜਿਹੜਾ ਉਹ ਸਮਾ ਰਿਹਾ ਹੈ। ਜਿਹੜਾ ਇਸ ਭੇਦ ਨੂੰ ਮਹਾਰਾਜ ਕਹਿੰਦੇ ਭਾਈ ਜਾਣ ਲੈਂਦਾ ਹੈ, ਉਸ ਨੂੰ ਜੋਗੀ ਜਾਣਨਾ ਕਰੋ। ਜਿਹਦੇ ਅੰਦਰ ਲੋਭ ਮੋਹ ਤੇ ਮਾਇਆ ਦੀ ਮੇਰ ਵੈ, ਤਿਹ ਜੋਗੀ ਕੋ ਜੁਗਤ ਨਾ ਜਾਣੋ। ਉਹਦੇ ਕੋਲ ਜੋਗ ਦੀ ਕੋਈ ਜੁਗਤ ਨਹੀਂ ਹੈਗੀ। ਭਾਵੇਂ ਕਿ ਬੜੇ ਬਾਹਰੋਂ ਜਿਹੜੇ ਆ ਜੋਗ ਦੇ ਵਸਤਰ ਧਾਰਨ ਕੀਤੇ ਐ, ਕੰਨ ਪਾੜੇ ਐ, ਬੜਾ ਜਿਹੜਾ ਹੈ ਉਹ ਆਸਣ ਤੇ ਪ੍ਰਾਣਾਯਾਮ ਕਰਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਉਹਦੇ ਕੋਲ ਜੁਗਤ ਹੈ ਹੀ ਨਹੀਂ, ਉਹਨੂੰ ਜੁੜਨਾ ਆਉਂਦਾ ਹੀ ਨਹੀਂ ਵਾਹਿਗੁਰੂ ਦੇ ਅੰਦਰ। ਜਿਸ ਦੇ ਅੰਦਰੋਂ ਪਰ ਨਿੰਦਾ ਦਾ ਸੁਭਾਅ ਭੈੜਾ ਮੁੱਕ ਗਿਆ ਹੈ, ਨਾਸ਼ ਹੋ ਗਿਆ ਹੈ, ਜਿਹੜਾ ਆਪਣੀ ਉਸਤਤ ਵਿੱਚ ਨਹੀਂ ਫਸਦਾ, ਲੋਹੇ ਤੇ ਸੋਨੇ ਨੂੰ ਬਰਾਬਰ ਇੱਕ ਜਿਹਾ ਸਮਝਦਾ ਹੈ, ਮਹਾਰਾਜ ਕਹਿੰਦੇ ਭਾਈ ਉਸ ਨੂੰ ਜੋਗੀ ਜਾਣੋ। ਹਰਖ ਸੋਗ ਤੇ ਰਹਿ ਅਤੀਤਾ। ਹੋਰ ਲੱਖਣ ਮਹਾਰਾਜ ਕਰਦੇ ਆ। ਸਤਿਗੁਰੂ ਜੀ ਕਹਿੰਦੇ ਹਰਖ ਖੁਸ਼ੀ ਵਿੱਚ ਤੇ ਸੋਗ ਗਮੀ ਦੇ ਅੰਦਰ, ਦੋਹਾਂ ਤੋਂ ਅਤੀਤ ਰਹਿੰਦਾ ਹੋਵੇ, ਨਿਰਲੇਪ ਹੋ ਜਾਵੇ। ਜੋਗੀ ਤਾਹੇ ਬਖਾਨੋ, ਜੋਗੀ ਤਾਹੇ ਬਖਾਨੋ, ਉਸ ਨੂੰ ਮਹਾਰਾਜ ਕਹਿੰਦੇ ਭਾਈ ਜੋਗੀ ਪੁਰਖ ਕਹਿੰਦੇ ਆ। ਉਹ ਜੋਗੀ ਹੁੰਦਾ ਹੈ। ਨਹੀਂ ਤਾਂ ਜਦੋਂ ਸੰਤੋਖਸਰ ਸਾਹਿਬ ਸਰੋਵਰ ਦੀ ਸੇਵਾ ਕਰਾਉਂਦਿਆਂ ਉਹ ਸੰਤੋਖਾ ਜੋਗੀ ਨਿਕਲਿਆ ਸੀ ਨਾ ਥੱਲੋਂ, ਜਦੋਂ ਮਹਾਰਾਜ ਸੇਵਾ ਕਰਾਉਂਦੇ ਸੀ ਤੇ ਉਹ ਪੱਥਰ ਇੱਕ ਬਹੁਤ ਵੱਡਾ ਤੇ ਕਈਆਂ ਦੇ ਮੂੰਹ ਮੁੜਨ ਲੱਗ ਗਏ। ਸਿੱਖਾਂ ਆਖਿਆ ਮਹਾਰਾਜ ਇਹ ਥੱਲੇ ਕੋਈ ਪਥਰੀਲੀ ਧਰਤੀ ਆ ਗਈ ਹੈ। ਮਹਾਰਾਜ ਆਖਿਆ ਕਿ ਭਾਈ ਇਹ ਬਹੁਤ ਵੱਡਾ ਪੱਥਰ ਵਾ, ਵਿੱਚ ਗੁਫਾ ਏ, ਤੇ ਇਹਨੂੰ ਦੁਆਲਿਓਂ ਚੰਗੀ ਤਰ੍ਹਾਂ ਮਹਾਰਾਜ ਕਹਿੰਦੇ ਮਿੱਟੀ ਹਟਾ ਦਿਓ। ਫਿਰ ਇੱਕ ਪੱਥਰ ਦਾ ਹੀ ਦਰਵਾਜ਼ਾ ਜਿਹੜਾ ਪੱਥਰ ਅੱਗੇ ਜੜਿਆ ਹੋਇਆ ਸੀ, ਸਤਿਗੁਰੂ ਜੀ ਨੇ ਕਿਹਾ ਕਿ ਇਹਨੂੰ ਹਟਾਓ ਪੱਥਰ ਨੂੰ। ਜਦੋਂ ਹਟਾਇਆ ਵਿੱਚੋਂ ਜੋਗੀ ਨਿਕਲਿਆ।
ਜਿਹੜਾ ਸੰਤੋਖਾ ਜੋਗੀ ਸੀਗਾ, ਉਹਦੇ ਮਹਾਰਾਜ ਜੀ ਨੇ ਪ੍ਰਾਣ ਉਤਾਰੇ, ਰੂਮ ਵਿੱਚ ਉਹਦਾ ਸਰੀਰ ਲਪੇਟ ਲਿਆ, ਦਸਮ ਦਵਾਰ ਵਿੱਚ ਉਹਦੀ ਸੁਰਤ ਚੜ੍ਹੀ ਹੋਈ ਸੀ, ਤਲੀਆਂ ਦੀ ਤੇ ਸਿਰ ਦੇ ਤਾਲੂ ਦੀ ਮਾਲਸ਼ ਕਰਵਾਈ, ਉਹਦੇ ਪ੍ਰਾਣ ਉਤਰੇ। ਕਹਿੰਦਾ ਕਿਹੜਾ ਯੁੱਗ ਹੈ? ਸਿੱਖਾਂ ਦੱਸਿਆ ਕਲਯੁੱਗ ਦਾ ਸਮਾਂ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇਸ ਸਮੇਂ ਗੁਰਿਆਈ ਤਖਤ ਤੇ ਹਨ? ਸਿੱਖ ਕਹਿੰਦੇ ਹਾਂ। ਇਹ ਸੱਚੇ ਪਾਤਸ਼ਾਹ ਜੀ ਦੇ ਕੋਲ ਫਿਰ ਇਹਨੇ ਆਪ ਦੇ ਪ੍ਰਸ਼ਨ ਕੀਤੇ ਸੀ, ਜੋ ਇਹਦੇ ਗੁਰੂ ਨੇ ਆਖਿਆ ਸੀ ਕਿ ਕਲਯੁੱਗ ਦੇ ਵਿੱਚ ਆਪ ਨਿਰੰਕਾਰ ਨੇ ਅਵਤਾਰ ਧਾਰਨਾ। ਪੰਜਵੇਂ ਸਤਿਗੁਰੂ ਜਦੋਂ ਗੁਰੂ ਨਾਨਕ ਸਾਹਿਬ ਪੰਜਵੇਂ ਜਾਮੇ ਵਿੱਚ ਹੋਣਗੇ, ਉਦੋਂ ਤੇਰੇ ਸ਼ੰਕੇ ਸਾਰੇ ਨਿਵਰਤ ਕਰਕੇ ਤੇਰੀ ਸਦਗਤੀ ਕਰਨਗੇ। ਮਹਾਰਾਜ ਤੋਂ ਫਿਰ ਜਿਹੜਾ ਸੀ ਇਹ ਸਦਗਤੀ ਨੂੰ ਪ੍ਰਾਪਤ ਹੋਇਆ। ਤੇ ਸਿੱਖਾਂ ਨੇ ਕਿਹਾ ਮਹਾਰਾਜ ਅਸੀਂ ਪੁੱਛ ਲਈਏ ਕੁਝ? ਮਹਾਰਾਜ ਕਹਿੰਦੇ ਪੁੱਛ ਲਓ। ਬਾਬਾ ਬੁੱਢਾ ਸਾਹਿਬ ਨੇ ਕਿਹਾ ਜੋਗੀ ਰਾਜ, ਮਨ ਦੀ ਕੀ ਅਵਸਥਾ ਹੈ? ਤੇ ਉਥੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਜ਼ਿਕਰ ਆਉਂਦਾ ਹੈ ਕਿ ਜੋਗੀ ਰਾਜ ਨੇ ਕਿਹਾ ਬਾਬਾ ਬੁੱਢਾ ਸਾਹਿਬ ਨੂੰ ਕਿ ਜਦੋਂ ਮੇਰੇ ਪ੍ਰਾਣ ਉਤਰਦੇ ਸੀ ਨਾ, ਤੇ ਭਾਵੇਂ ਮੈਂ ਥੋੜੀ ਮਿੱਟੀ ਖਾ ਕੇ ਆਪਣੇ ਪੇਟ ਨੂੰ ਸ਼ਾਂਤ ਕਰ ਲੈਂਦਾ ਸਾਂ, ਜਦੋਂ ਪ੍ਰਾਣ ਉਤਰਦੇ ਸੀਗੇ ਤਾਂ ਵੀ ਮਨ ਦੇ ਅੰਦਰ ਵਕਾਰ ਦਾ ਫੁਰਨਾ ਆ ਜਾਂਦਾ ਸੀਗਾ। ਤੇ ਉਸ ਸਮੇਂ ਸਿੱਖ ਕਹਿੰਦੇ ਮਹਾਰਾਜ ਵੇਖੋ, ਸਰੀਰ ਤਾਂ ਹੱਡੀਆਂ ਦੀ ਮੁੱਠ ਰਹਿ ਗਿਆ, ਮਨ ਵਿੱਚ ਫਿਰ ਵੀ ਵਕਾਰ ਹੁੰਦੇ ਆ। ਮਹਾਰਾਜ ਕਹਿੰਦੇ ਹਾਂ ਗੁਰਸਿੱਖੋ, ਜਿੰਨਾ ਚਿਰ ਸ਼ਬਦ ਨਾ ਕਮਾਈਏ ਉਹਨਾਂ ਚਿਰ ਵਕਾਰ ਨਹੀਂ ਅੰਦਰੋਂ ਹਟਦੇ। ਜਿੰਨਾ ਚਿਰ ਸੁਰਤ ਚੜ੍ਹੀ ਰਹਿੰਦੀ ਹੈ ਉਹਨਾਂ ਚਿਰ ਤਾਂ ਅਭਾਵ ਰਹਿੰਦੇ ਆ। ਜਦੋਂ ਸੁਰਤ ਸਰੀਰ ਵਿੱਚ ਪਰਤਦੀ ਹੈ ਫਿਰ ਇਹ ਆਪਣਾ ਪ੍ਰਭਾਵ ਦਿਖਾਉਂਦੇ ਆ। ਪਰ ਜਦੋਂ ਸ਼ਬਦ ਵਿੱਚ ਹੀ ਇੱਕਮਿਕ ਹੋ ਜਾਈਏ, ਫਿਰ ਸਰੀਰ ਦੇ ਵਿੱਚ ਰਹੀਏ ਚਾਹੇ ਸੁਰਤ ਵਿੱਚ ਰਹੀਏ, ਮਹਾਰਾਜ ਕਹਿੰਦੇ ਫਿਰ ਇਹ ਪ੍ਰਭਾਵ ਨਹੀਂ ਆਪਣਾ ਪਾਉਂਦੇ, ਕਿਉਂਕਿ ਸਰੀਰ ਵਿੱਚ ਰਹਿੰਦਿਆਂ ਹੋਇਆਂ ਵੀ ਸੁਰਤ ਨਿਰੰਕਾਰ ਦੇ ਦੇਸ਼ ਵਿੱਚ ਹੀ ਰਹਿੰਦੀ ਹੈ। ਜਦੋਂ ਇੱਕਮਿਕ ਹੋ ਜਾਈਏ ਨਾ, ਕਿਉਂਕਿ ਫਿਰ ਮਹਾਰਾਜ ਨੇ ਕਿਹਾ ਨਾ ਬਾਹਰ ਭੀਤਰ ਏਕੋ ਜਾਨੋ, ਇਹ ਬਾਹਰ ਤੇ ਅੰਦਰ ਇੱਕੋ ਰਮਦਾ ਹੋਇਆ ਪਰਮੇਸ਼ਰ ਜਿਹੜਾ ਨਾ ਦਿਸ ਪੈਂਦਾ ਹੈ। ਇਹ ਮਹਾਰਾਜ ਕਹਿੰਦੇ ਜਿਹੜੀ ਭੇਦ ਵਾਲੀ ਬਾਤ ਹੈ ਇਹ ਗੁਰੂ ਨਾਨਕ ਸਾਹਿਬ ਕੇਵਲ ਦੱਸੀ ਹੈ, ਹੋਰ ਨਹੀਂ ਕਿਸੇ ਨੂੰ ਇਸ ਭੇਦ ਦਾ ਪਤਾ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹੜਾ ਇਉਂ ਹਰਖ ਤੇ ਸੋਗ ਤੋਂ ਅਤੀਤ ਹੋ ਗਿਆ, ਨਿਰਲੇਪ ਹੋ ਗਿਆ, ਤੇ ਜਿਹਦੇ ਅੰਦਰ ਪਰ ਨਿੰਦਾ ਨਹੀਂ, ਆਪਣੀ ਉਸਤਤ ਕਰਾਉਣ ਦੀ ਇੱਛਾ ਨਹੀਂ, ਤੇ ਲੋਹੇ ਤੇ ਕੰਚਨ ਸੋਇਨੇ ਨੂੰ ਇੱਕ ਸਮਾਨ ਸਮਝਦਾ ਹੈ, ਜੋਗੀ ਤਾਹੇ ਬਖਾਨੋ, ਉਹਨੂੰ ਮਹਾਰਾਜ ਕਹਿੰਦੇ ਜੋਗੀ ਕਿਹਾ ਜਾਂਦਾ। ਗੁਰਸਿੱਖੋ ਉਹ ਜੋਗੀ ਕਹਿਣਾ ਚਾਹੀਦਾ, ਹੋਰ ਨਹੀਂ। ਮਹਾਰਾਜ ਕਹਿੰਦੇ ਕੇਵਲ ਬਾਹਰੋਂ ਭੇਖ ਧਾਰ ਕੇ ਨਾ ਜਿਹੜਾ ਉਹ ਜੋਗੀ ਨਹੀਂ ਬਣਿਆ ਜਾਂਦਾ। ਚੰਚਲ ਮਨ ਦਹ ਦਿਸ ਕਉ ਧਾਵਤ, ਕਿਉਂਕਿ ਜਿਹੜਾ ਮਨ ਚੰਚਲ ਹੈ ਨਾ, ਇਹ ਦਸਾਂ ਦਿਸ਼ਾਂ ਨੂੰ ਦੌੜਦਾ ਹੈ। ਮਨ ਦਾ ਸੁਭਾਅ ਹੀ ਚੰਚਲ ਹੈ, ਮਨ ਇੱਕ ਥਾਂ ਤੇ ਠਹਿਰਦਾ ਨਹੀਂ ਹੈ। ਜਿਹੜਾ ਮਨ ਹੈ ਇਹਦੀ ਗਤਾ ਗਤੀ ਬਹੁਤ ਜ਼ਿਆਦੀ ਤੇਜ਼ ਮੰਨੀ ਹੈ। ਕਈ ਪ੍ਰਮਾਣ ਦਿੱਤੇ ਹੈ, ਜਿਵੇਂ ਸੱਪ ਦੀ ਜੀਭਾ ਹਰ ਵੇਲੇ ਅੰਦਰ ਬਾਹਰ ਹੁੰਦੀ ਹੈ ਨਾ, ਇਵੇਂ ਹਰ ਵੇਲੇ ਚੰਚਲ ਰਹਿੰਦਾ ਹੈ। ਜਿਵੇਂ ਪਿੱਪਲ ਦੇ ਪੱਤੇ ਦੀ ਕੁਰੰਬਲੀ ਹਰ ਵੇਲੇ ਹਿਲਦੀ ਰਹਿੰਦੀ ਹੈ, ਜਿਵੇਂ ਗੋਲੀ ਨਿਸ਼ਾਨੇ ਤੇ ਜਾ ਕੇ ਘੋੜਾ ਦਬਦਿਆਂ ਹੀ ਵੱਜਦੀ ਹੈ, ਤੇ ਜਿਵੇਂ ਸੁੱਚ ਔਨ ਕਰਦਿਆਂ ਹੀ ਬੱਤੀ ਜਿਹੜੀ ਲਾਈਟ ਹੈ ਉਹ ਔਨ ਹੋ ਜਾਂਦੀ ਹੈ। ਮਨ ਦੀ ਗਤਾ ਗਤੀ ਇਸ ਤੋਂ ਵੀ ਤੇਜ਼ ਜ਼ਿਆਦੀ ਮੰਨੀ ਹੈ। ਤੋ ਸੱਚੇ ਪਾਤਸ਼ਾਹ ਕਹਿੰਦੇ ਹੈ ਚੰਚਲ ਮਨ ਦਹ ਦਿਸ ਕਉ ਧਾਵਤ, ਮਨ ਤਾਂ ਸੁਭਾਅ ਹੀ ਚੰਚਲ ਹੈ, ਇਹਨੂੰ ਚੰਚਲ ਕਿਸੇ ਕੀਤਾ ਨਹੀਂ, ਇਹ ਸੁਤੇ ਹੀ ਚੰਚਲ ਹੈ। ਤੇ ਦੇਖੋ ਅੱਗ ਨੂੰ ਕਿਨ ਸਿਖਾਇਆ ਕਿ ਤਾਂ ਨੂੰ ਲਾਟਾਂ ਅੱਗ ਕੱਢਦੀ ਹੈ, ਸੁਤੇ ਹੀ ਹੈ ਨਾ। ਇਸ ਤਰ੍ਹਾਂ ਮਨ ਦਾ ਸੁਭਾਅ ਸੁਤੇ ਹੀ ਚੰਚਲ ਹੈ। ਤੇ ਜਦੋਂ ਮਨ ਨੂੰ ਵੇਖੇ ਕਿ ਮੇਰਾ ਮਨ ਚੰਚਲ ਹੈ, ਮਨ ਮੇਰੇ ਕਾਬੂ 'ਚ ਨਹੀਂ ਆ ਰਿਹਾ, ਹੋਰ ਗੱਲਾਂ ਤਾਂ ਬੜੀਆਂ ਜੁਗਤਾਂ ਕਰਨੀਆਂ ਤੂੰ ਜਾਣਦਾ ਏ, ਪਰ ਮਹਾਰਾਜ ਕਹਿੰਦੇ ਮਨ ਵੱਲ ਤਾਂ ਝਾਤੀ ਮਾਰ, ਬਾਹਰ ਸੰਸਾਰ ਨਾਲ ਤਾਂ ਤੈਨੂੰ ਬੜੀਆਂ ਗੱਲਾਂ ਕਰਨੀਆਂ ਆਉਂਦੀਆਂ, ਆਪਣੇ ਮਨ ਨਾਲ ਵੀ ਕੋਈ ਗੱਲ ਕਰਕੇ ਵੇਖ ਕਿ ਤੇਰੇ ਆਖੇ ਲੱਗਦਾ। ਸਤਿਗੁਰੂ ਜੀ ਕਹਿੰਦੇ ਆ ਭਾਈ ਜਿਹੜਾ ਜੋਗੀ ਪੁਰਖ ਹੁੰਦਾ ਨਾ, ਉਹਦੇ ਅੰਦਰ ਜਿਹੜੀ ਅਵਸਥਾ ਹੈ ਉਹ ਅਚਲ ਅਵਸਥਾ ਹੁੰਦੀ ਹੈ। ਚੰਚਲ ਮਨ ਦਹ ਦਿਸ ਕਉ ਧਾਵਤ, ਚੰਚਲ ਮਨ ਜਿਹੜਾ ਨਾ, ਜਿਹੜੇ 10 ਦਿਸ਼ਾਵਾਂ ਵੱਲ ਨੂੰ ਦੌੜਦਾ ਹੈ ਪ੍ਰਤੱਖ ਵੀ,
ਤੇ 10 ਦਿਸ਼ਾਵਾਂ ਕਿਹੜੀਆਂ ਨੇ? 5 ਗਿਆਨ ਇੰਦਰੀ ਹੈ, 5 ਕਰਮ ਇੰਦਰੀ ਹੈ। ਇਹਨਾਂ ਇੰਦਰੀਆਂ ਵੱਲ ਨੂੰ ਹੀ ਮਨ ਦੌੜਦਾ ਰਹਿੰਦਾ ਹੈ। ਕਦੇ ਅੱਖਾਂ 'ਚ ਪ੍ਰਵਿਰਤ ਰਹਿੰਦਾ, ਕਦੇ ਸੁੰਘਣ 'ਚ ਲੱਗਾ ਰਹਿੰਦਾ, ਕਦੇ ਖਾਣ 'ਚ ਲੱਗਾ ਰਹਿੰਦਾ, ਕਦੇ ਸੁਣਨ 'ਚ ਲੱਗਾ ਰਹਿੰਦਾ, ਕਦੇ ਸਪਰਸ਼ 'ਚ ਲੱਗਾ ਰਹਿੰਦਾ ਹੈ। ਇਉਂ ਕਦੇ ਗਿਆਨ ਇੰਦਰੀਆਂ 'ਚ, ਕਦੇ ਕਰਮ ਇੰਦਰੀਆਂ ਦੇ ਅੰਦਰ ਦਹਿ ਦਿਸ ਕੋ ਧਾਵਤ, ਇੱਧਰ ਹੀ ਧੌਂਦਾ ਰਹਿੰਦਾ, ਦੌੜਦਾ ਰਹਿੰਦਾ ਹੈ। ਕਿਉਂਕਿ ਚੰਚਲ ਬਾਹਲਾ ਬਾਂਦਰ ਦੀ ਨਿਆਈ। ਅਚਲ ਜਾਹੇ ਠਹਿਰਾਨੋ। ਤੇ ਇੱਕ ਰਸ ਜਿਨ੍ਹਾਂ ਨੇ ਮਹਾਰਾਜ ਕਹਿੰਦੇ ਭਾਈ ਇਸ ਨੂੰ ਠਹਿਰਾ ਲਿਆ ਹੈ, ਅਚਲ ਕਰ ਲਿਆ ਹੈ। ਅਚਲ ਤੋਂ ਭਾਵ ਇੱਕ ਰਸ ਜਿਨ੍ਹਾਂ ਨੇ ਇਸ ਨੂੰ ਰੋਕ ਲਿਆ ਹੈ। ਸਤਿਗੁਰੂ ਜੀ ਕਹਿੰਦੇ ਜੋਗੀ ਤਾਹੇ ਬਖਾਨੋ, ਉਹਨੂੰ ਜੋਗੀ ਕਿਹਾ ਜਾਂਦਾ ਹੈ। ਉਹਨਾਂ ਦੀ ਬਾਬਤ ਮਹਾਰਾਜ ਕਿਹਾ ਗੁਰਮੁਖ ਜੋਗੀ ਜਾਗਦੇ। ਉਹ ਭਾਈ ਗੁਰਮੁਖ ਜਿਹੜੇ ਜੋਗੀ ਹੁੰਦੇ ਆ ਤੇ ਜਾਗਦੇ ਆ ਹਰ ਵੇਲੇ, ਉਹ ਗਾਫਲਤਾਈ ਦੀ ਨੀਂਦ ਵਿੱਚ ਨਹੀਂ ਸੌਂਦੇ। ਨਹੀਂ ਤਾਂ ਮਹਾਰਾਜ ਨੇ ਕਿਹਾ ਜੋਗ ਨਾ ਖਿੰਥੈ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈ ਹੈ। ਮਹਾਰਾਜ ਕਹਿੰਦੇ ਖਿੰਥਾ ਪਾਇਆ, ਖੱਫਣੀ ਪਾਇਆ ਜੋਗ ਨਹੀਂ ਕਮਾਇਆ ਜਾਂਦਾ। ਕੇਵਲ ਉਹ ਡੰਡਾ ਪਕੜਿਆ ਜੋਗ ਨਹੀਂ ਕਮਾਇਆ ਜਾਂਦਾ, ਤੇ ਭਭੂਤੀ ਸਵਾਹ ਮਲਿਆ ਜੋਗ ਨਹੀਂ ਕਮਾਇਆ ਜਾਂਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਚੰਚਲ ਮਨ ਦਹਿ ਦਿਸ ਕੋ ਧਾਵਤ, ਅਚਲ ਜਾਹੇ ਠਹਿਰਾਨੋ। ਜਿਸ ਨੇ ਮਨ ਨੂੰ, ਜਿਸ ਆਪਣੇ ਮਨ ਨੂੰ 10 ਦਿਸ਼ਾ ਵਿੱਚ ਦੌੜਦੇ ਨੂੰ, ਚੰਚਲ ਨੂੰ ਰੋਕ ਕਰਕੇ ਇੱਕ ਰਸ ਠਹਿਰਾ ਲਿਆ, ਸ਼ਬਦ ਦੇ ਅੰਦਰ ਰੋਕ ਲਿਆ, ਬ੍ਰਹਮ ਦੇ ਅੰਦਰ ਸਮਾ ਲਿਆ ਹੈ। ਕਹੋ ਨਾਨਕ ਇਹ ਬਿਦ ਕੋ ਜੋ ਨਰ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜੂਰ ਕਹਿੰਦੇ ਇਹ ਵਿਧੀ ਜਿਸ ਨਰ ਮਨੁੱਖ ਨੂੰ ਮਹਾਰਾਜ ਕਹਿੰਦੇ ਭਾਈ ਪ੍ਰਾਪਤ ਹੋ ਗਈ ਹੈ, ਇਸ ਵਿਧੀ ਤਰੀਕੇ ਦੇ ਨਾਲ ਜਿਹੜਾ ਮਨੁੱਖ ਆਪਣੇ ਜੀਵਨ ਨੂੰ ਜਿਉਂਦਾ ਹੈ, ਜਿਨੇ ਆਪਣੇ ਮਨ ਨੂੰ ਰੋਕ ਲਿਆ 10 ਦਿਸ਼ਾ ਵਿੱਚ ਧੌਣ ਤੋਂ, ਮੁਕਤ ਤਾਹੇ ਤੁਮ ਮਾਨੋ। ਹੇ ਗੁਰਸਿੱਖੋ ਉਸ ਨੂੰ ਮੁਕਤ ਪੁਰਖ ਤੁਸੀਂ ਮੰਨਣਾ ਕਰੋ, ਭਾਵ ਜਾਣਨਾ ਕਰੋ। ਉਹ ਮੁਕਤ ਪੁਰਖ ਹੈ। ਜੋਗੀ ਤਾਹੇ ਬਖਾਨੋ, ਉਹਨੂੰ ਜੋਗੀ ਪੁਰਖ ਕਿਹਾ ਜਾ ਸਕਦਾ ਹੈ। ਉਹ ਮਹਾਰਾਜ ਕਹਿੰਦੇ ਭਾਈ ਮੁਕਤ ਪੁਰਖ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹਨਾਂ ਦੀ ਬਾਬਤ ਹੀ ਕਿਹਾ ਹੈ ਕਿ ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਜੇ ਕਰਕੇ ਆਪਣੇ ਮਨ ਦੇ ਵਿਸ਼ਿਆਂ ਤੇ ਹੀ ਕਾਬੂ ਨਹੀਂ ਪਾਇਆ ਤੇ ਸਤਿਗੁਰੂ ਜੀ ਕਹਿੰਦੇ ਲੋਭ ਤੇ ਮੋਹ ਵਿੱਚ ਫਸਿਆ ਹੋਇਆ ਮਨ 10 ਹੀ ਦਿਸ਼ਾਵਾਂ ਵਿੱਚ ਦੌੜਦਾ ਫਿਰਦਾ ਹੈ। ਤੇ ਜੋਗੀ ਕਉ ਜੁਗਤ ਨਾ ਜਾਣੋ। ਉਹਦੇ ਕੋਲ ਮਹਾਰਾਜ ਕਹਿੰਦੇ ਜੋਗ ਦੀ ਜੁਗਤ ਹੈ ਨਹੀਂ ਗੀ, ਉਹਨੂੰ ਨਹੀਂ ਜੁੜਨਾ ਆਉਂਦਾ ਵਾਹਿਗੁਰੂ ਦੇ ਅੰਦਰ। ਉਹ ਤਾਂ ਆਪਣੀ ਪ੍ਰਭਤਾ ਦੇ ਅੰਦਰ ਫਸਿਆ ਹੋਇਆ ਹੈ, ਪਰਾਈ ਨਿੰਦਾ ਵਿੱਚ ਫਸਿਆ ਹੋਇਆ ਹੈ। ਹਰਖ ਵਿੱਚ, ਖੁਸ਼ੀ ਦੇ ਵਿੱਚ ਬਹੁਤ ਜ਼ਿਆਦਾ ਪ੍ਰਸੰਨ ਹੁੰਦੇ ਹੈ। ਜਦੋਂ ਗਮੀ ਆਉਂਦੀ ਹੈ ਬੜਾ ਘਬਰਾਉਂਦੇ, ਬੜਾ ਰੋਂਦੇ ਹੈ। ਅਤੀਤ ਨਹੀਂ ਹੋਏ ਹਨ ਖੁਸ਼ੀ ਤੇ ਗਮੀ ਦੇ ਅੰਦਰ, ਨਿਰਲੇਪ ਨਹੀਂ ਹੋਏ ਹਨ ਸੁੱਖਾਂ ਤੇ ਦੁੱਖਾਂ ਦੇ ਵਿੱਚੋਂ। ਤੇ ਮਹਾਰਾਜ ਕਹਿੰਦੇ ਭਾਈ ਤਿਹ ਜੋਗੀ ਕਉ ਜੁਗਤ ਨਾ ਜਾਣੋ। ਜਿਹੜੇ ਦੁੱਖ ਸੁੱਖ ਤੋਂ ਨਿਰਲੇਪ ਹੋ ਗਏ, ਸਤਿਗੁਰੂ ਜੀ ਕਹਿੰਦੇ ਭਾਈ ਪਰ ਨਿੰਦਾ ਨਹੀਂ ਕਰਦੇ, ਲੋਹੇ ਨੂੰ ਤੇ ਸੋਨੇ ਨੂੰ ਬਰਾਬਰ ਸਮਝਦੇ ਐ। ਸੱਚੇ ਪਾਤਸ਼ਾਹ ਨੇ ਕਿਹਾ ਫਿਰ 10 ਦਿਸ਼ਾ ਵਿੱਚ ਦੌੜਦੇ ਮਨ ਨੂੰ ਰੋਕ ਲਿਆ ਵਾਹਿਗੁਰੂ ਦੇ ਪਿਆਰ ਦੇ ਵਿੱਚ, ਨਾਮ ਦੇ ਅੰਦਰ, ਬ੍ਰਹਮ ਦੇ ਅੰਦਰ ਸੁਰਤ ਟਿਕਾ ਲਈ ਹੈ। 10ਮ ਦੁਆਰ ਦੇ ਅੰਦਰ ਜਿਹੜਾ ਚਮੁਖੀਆ ਦੀਵਾ ਹੈ, ਜਗ ਦੀ ਲਾਟ ਦੇ ਅੰਦਰ ਜਿਹੜੇ ਇੱਕਮਿਕ ਹੋ ਗਏ 10ਮ ਦੁਆਰ ਵਿੱਚ ਵੀ ਜਾ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਬਿਦ ਕੋ ਜਿਹੜਾ ਇਸ ਵਿਧੀ ਦੇ ਨਾਲ, ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਭਾਈ ਕਮਾਉਂਦਾ ਨਾ, ਕਹੋ ਨਾਨਕ ਇਹ ਬਿਦ ਕੋ ਜੋ ਨਰ। ਇਸ ਵਿਧੀ ਨਾਲ ਜੀਵਨ ਜਿਉਣ ਵਾਲਾ ਜਿਹੜਾ ਮਨੁੱਖ ਹੈ, ਜਿਹਨੇ ਆਪਣੇ ਮਨ ਨੂੰ ਰੋਕ ਲਿਆ ਵਿਸ਼ਿਆਂ ਵੱਲੋਂ, ਮੁਕਤ ਤਾਹੇ ਤੋਂ ਮਾਨੋ, ਉਹਨੂੰ ਮੁਕਤ ਪੁਰਖ ਮੰਨਣਾ ਕਰੋ। ਉਹਨੂੰ ਮਹਾਰਾਜ ਕਹਿੰਦੇ ਭਾਈ ਜੋਗੀ ਪੁਰਖ ਸਮਝਣਾ ਕਰੋ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ, ਗਰੀਬ ਨਵਾਜ ਨੇ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜਿਹਦੇ ਵਿੱਚ ਮਹਾਰਾਜ ਜੀ ਨੇ ਜੋਗੀ ਪੁਰਖ ਦੇ ਸੱਚੇ ਪਾਤਸ਼ਾਹ ਜੀ ਨੇ ਲੱਖਣ ਕਹੇ ਹੈ। ਤੇ ਜਿਹੜਾ ਭਾਈ ਦਿਖਾਵੇ ਦਾ ਯੋਗ ਕਰਦਾ ਹੈ, ਮਹਾਰਾਜ ਜੀ ਨੇ ਉਹ ਵੀ ਦੱਸਿਆ ਕਿ ਭਾਈ ਬਾਹਰੋਂ ਚਿੰਨ੍ਹ ਧਾਰਨ ਕਰਨ ਨਾਲ ਕੇਵਲ ਯੋਗ ਸਾਧਨਾ ਜਿਹੜੀ ਹੈ ਨਾ ਉਹ ਨਹੀਂ ਕਮਾਈ ਜਾ ਸਕਦੀ। ਇਹ ਤਾਂ ਅੰਦਰ ਦਾ ਸਫ਼ਰ ਹੈ। ਜਿਹੜੇ ਇਸ ਮਾਰਗ ਤੇ, ਯੋਗ ਸਾਧਨਾ ਦੇ ਮਾਰਗ ਤੇ ਚੱਲਦੇ ਆ, ਆਪਣੇ ਮਨ ਨੂੰ, ਚਿੱਤ ਦੀਆਂ ਬਿਰਤੀਆਂ ਨੂੰ ਨਿਰੋਧ ਲੈਂਦੇ ਆ, ਰੋਕ ਲੈਂਦੇ ਆ,
ਤੇ ਉਹਨਾਂ ਨੂੰ ਫਿਰ ਮਹਾਰਾਜ ਕਹਿੰਦੇ ਭਾਈ ਇਹ ਪ੍ਰਾਪਤੀ ਹੁੰਦੀ ਹੈ, ਪਰ ਜੇਕਰ ਕਿ ਬਾਹਰੋਂ ਹੱਠ ਸਾਧਨ ਕਰ ਲਵੇ ਤੇ ਅੰਦਰ ਮਨ ਜਿਹੜਾ ਉਹ ਟਿਕੇ ਨਾ, ਸੁਰਤ ਜਿਹੜੀ ਉਹ ਲੱਗੇ ਨਾ। ਮਹਾਰਾਜ ਨੇ ਕਿਹਾ ਫਿਰ ਬਾਹਰੋਂ ਸਾਧਨ ਕਰਨ ਕਰਕੇ ਤੇ ਚਿੰਨ ਧਾਰਨ ਕਰਨ ਨਾਲ ਜੋਗੀ ਨਹੀਂ ਬਣਿਆ ਜਾਂਦਾ। ਇਹ ਸੱਚੇ ਪਾਤਸ਼ਾਹ ਜੀ ਦੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਆਸ਼ਾ ਹੈ। 3 ਸ਼ਬਦ ਰਾਗ ਧਨਾਸਰੀ ਦੇ ਸੰਪੂਰਨ ਹੋਏ ਹੈ। ਅੱਗੇ ਚੌਥਾ ਅਖੀਰਲਾ ਸ਼ਬਦ ਹੈ, ਆਪਾਂ ਕੱਲ ਨੂੰ ਸਰਵਣ ਕਰਾਂਗੇ, ਕਿਉਂਕਿ ਹੁਣ ਜੇ ਆਰੰਭ ਕੀਤਾ ਤੇ ਸਮਾਂ ਵੱਧ ਲੱਗੇਗਾ। ਤੋ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਗਰੀਬ ਨਵਾਜੀ ਦਾ ਅੰਮ੍ਰਿਤ ਉਪਦੇਸ਼ ਹਿਰਦੇ 'ਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਚੰਚਲ ਮਨ ਦਹਿ ਦਿਸ ਕੋ ਧਾਵਤ, ਅਚਲ ਜਾਹੇ ਠਹਿਰਾਨੋ। ਕਹੋ ਨਾਨਕ ਇਹ ਬਿਦ ਕੋ ਜੋ ਨਰ, ਮੁਕਤ ਤਾਹੇ ਤੁਮ ਮਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਘਰ ਨਉ ਨਿਧ ਆਵੈ ਧਾਏ, ਘਰ ਨਉ ਨਿਧ ਆਵੈ ਧਾਏ। ਘਰ ਨਉ ਨਿਧ ਆਵੈ ਧਾਏ, ਘਰ ਨਉ ਨਿਧ ਆਵੈ ਧਾਏ। ਘਰ ਨਉ ਨਿਧ ਆਵੈ ਧਾਏ, ਘਰ ਨਉ ਨਿਧ ਆਵੈ ਧਾਏ। ਘਰ ਨਉ ਨਿਧ ਆਵੈ ਧਾਏ, ਘਰ ਨਉ ਨਿਧ ਆਵੈ ਧਾਏ। ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।